ਪਹਿਲਾਂ ਅਸੀਂ ਕਾਂਗਰਸ ਦੇ ਨਾਮ ਤੇ ਨਹੀਂ ਲੜੀ, ਅਸੀਂ ਲੜੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਸ ਕਰਕੇ ਕੈਪਟਨ ਹੀ ਕਾਂਗਰਸ ਹੈ, ਕਾਂਗਰਸ ਹੀ ਕੈਪਟਨ। ਉਹ ਪਾਣੀਆਂ ਦਾ ਰਾਖਾ, ਉਹ ਕਿਸਾਨੀ ਦਾ ਰਾਖਾ ਇੱਕੋ ਇੱਕ ਹੈ, ਕੈਪਟਨ ਅਮਰਿੰਦਰ ਸਿੰਘ। ਵਿਜ਼ਨ ਚਾਹੀਦਾ ਹੈ, ਇੱਕ ਸੋਚ ਚਾਹੀਦੀ ਹੈ, ਜੋ ਕਿ ਸਾਡੇ ਪੁਰਾਣੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੋਲ ਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਿੰਘ ਨਿਊਜ਼ ਅੱਜ ਤੁਹਾਡੇ ਮੁਲਾਕਾਤ ਕਰਵਾ ਰਹੀ ਹੈ ਮੇਰਾ ਹਲਕਾ ਮੇਰਾ ਨੇਤਾ ਸਮਾਣਾ ਕੌਂਸਟੀਚੁਐਂਸੀ ਤੋਂ ਉਮੀਦਵਾਰੀ ਦਾ ਜਿਨ੍ਹਾਂ ਨੇ ਦਾਅਵਾ ਠੋਕਿਆ ਆ ਸ਼੍ਰੀ ਸੰਦੀਪ ਸਿੰਘਲਾ ਜੀ ਦੇ ਨਾਲ। ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਇਹਨਾਂ ਨੇ ਆਪਣੀ ਦਾਅਵੇਦਾਰੀ ਜਿਹੜੀ ਜਤਾਈ ਹੈ। ਸੰਦੀਪ ਸਿੰਘਲਾ ਜੀ ਜੋ ਪੁਰਾਣੇ ਇਸ ਇਲਾਕੇ ਦੇ ਵਿੱਚ ਵਿਚਰਦੇ ਨੇ, ਉੱਘੇ ਸਮਾਜ ਸੇਵਕ ਨੇ ਤੇ ਬੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ। ਪਰ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਕਿਨਾਰਾ ਕੀਤਾ ਗਿਆ ਤੇ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਤੇ ਉਹਨਾਂ ਦੇ ਨਾਲ ਕੰਮ ਕਰਦੇ ਵਫਾਦਾਰ ਜਿਹੜੇ ਵਰਕਰ ਨੇ, ਵਫਾਦਾਰ ਜਿਹੜੇ ਲੀਡਰ ਨੇ, ਉਹਨਾਂ ਵੱਲੋਂ ਵੀ ਨਾਲ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੀ ਗਈ। ਤੋਂ ਪਹਿਲਾਂ ਤਾਂ ਸੰਦੀਪ ਜੀ ਬਹੁਤ-ਬਹੁਤ ਆਪ ਦਾ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਦਾ। ਸਿੰਘ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ। ਮੈਂ ਸਮਾਣਾ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦਾ ਸਮਾਣਾ ਹਲਕੇ ਦੀ ਸੇਵਾ ਕਰਨ ਦੀ ਤਿਆਰੀ ਕਰੀ ਹੋਈ ਹੈ। ਸਮਾਣਾ ਹਲਕੇ ਦਾ ਨੁਮਾਇੰਦਾ ਬਣਨਾ ਨਾ ਬਣਨਾ ਮੇਰੇ ਹੱਥ 'ਚ ਨਹੀਂ, ਇਹ ਸਾਡੀ ਪਾਰਟੀ ਨੇ ਦੱਸਣਾ ਹੈ। ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਇਹਨਾਂ ਦੇ ਵਿਚਾਰ ਵੀ ਜਾਣਦੇ ਹਾਂ ਵੀ ਇਹਨਾਂ ਨੇ ਕਿਉਂ ਕਾਂਗਰਸ ਪਾਰਟੀ ਨੂੰ ਛੱਡਿਆ ਅਤੇ ਨਵੀਂ ਪਾਰਟੀ ਨਾਲ ਜੁੜ ਕੇ ਇਹਨਾਂ ਦੀਆਂ ਕੀ ਅੱਗੇ ਫਿਊਚਰ ਦੇ ਪਲਾਨਸ ਨੇ ਤੇ ਕੀ ਇਹ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਨੇ। ਤੇ ਸਮਾਣੇ ਹਲਕੇ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਇੱਕ ਪਛੜਿਆ ਹੋਇਆ ਇਲਾਕਾ ਆ ਉਹਦੇ ਵਿੱਚ ਇਹਨਾਂ ਦੀ ਅਗਲੇ ਜਿਹੜੇ ਸਾਰੀ ਜਿਹੜੀ ਕਾਰਗੁਜ਼ਾਰੀ ਉਹ ਕਿਸ ਤਰ੍ਹਾਂ ਦੀ ਹੋਵੇਗੀ। ਤੇ ਪਹਿਲੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ ਵੀ ਤੁਸੀਂ ਕਾਂਗਰਸ ਪਾਰਟੀ ਛੱਡ ਕੇ ਪੰਜਾਬ ਲੋਕ ਕਾਂਗਰਸ ਨੂੰ ਕਿਉਂ ਚੁਣਿਆ। ਤੁਹਾਡਾ ਇਹ ਸਵਾਲ ਬੜਾ ਵਧੀਆ ਹੈ ਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਇਸ ਤਰੀਕੇ ਨਾਲ ਦੇਣਾ ਚਾਹ ਰਿਹਾ ਕਿ ਜੋ ਕਾਂਗਰਸ ਛੱਡਣ ਦੀ ਤੁਸੀਂ ਗੱਲ ਮੇਰੇ ਨਾਲ ਕੀਤੀ ਹੈ ਵੀ ਪੰਜਾਬ ਲੋਕ ਕਾਂਗਰਸ ਨੂੰ ਤੁਸੀਂ ਕਿਉਂ ਜੁਆਇਨ ਕੀਤਾ। ਕਾਂਗਰਸ ਛੱਡਣ ਦਾ ਮੇਰਾ ਇੱਕੋ ਹੀ ਇੱਕ ਕਾਰਨ ਇੱਕ ਹੈ ਕਿ ਕਾਂਗਰਸ ਦੇ ਵਿੱਚ ਇਸ ਟਾਈਮ ਜੋ ਮਹੀਨੇ 2 ਮਹੀਨਿਆਂ ਤੋਂ ਜੋ ਹਾਲਾਤ ਚੱਲ ਰਹੇ ਨੇ ਉਹਦੇ 'ਚ ਕਦੀ ਕੋਈ ਦਿੱਲੀ ਜਾ ਰਿਹਾ ਹੈ, ਕਦੀ ਕੋਈ ਚੰਡੀਗੜ੍ਹ ਜਾ ਰਿਹਾ ਹੈ ਕਿ ਸੀਐਮ ਨੂੰ ਸਾਡਿਆਂ ਨੂੰ ਇਹੀ ਨਹੀਂ ਪਤਾ ਕੌਣ ਚਲਾ ਰਿਹਾ ਕੌਣ ਨਹੀਂ ਚਲਾ ਰਿਹਾ, ਪੰਜਾਬ ਕਿੱਦਾਂ ਚੱਲੇਗਾ। ਬਾਕੀ ਦੂਸਰੇ ਪਾਸੇ ਕੋਈ ਤਾਲੀਆਂ ਠੋਕਣ ਨਾਲ ਜਾਂ ਕੋਈ ਇਕੱਲੇ ਭਾਸ਼ਣਬਾਜ਼ੀ ਨਾਲ ਹੀ ਜਿਹੜਾ ਹੈ ਪੰਜਾਬ ਨਹੀਂ ਚੱਲਣਾ। ਪੰਜਾਬ ਨੂੰ ਚਲਾਉਣ ਵਾਸਤੇ ਇੱਕ ਵਿਜ਼ਨ ਚਾਹੀਦਾ ਹੈ, ਇੱਕ ਸੋਚ ਚਾਹੀਦੀ ਹੈ, ਜੋ ਕਿ ਸਾਡੇ ਪੁਰਾਣੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੋਲ ਹੀ ਹੈ। ਉਹ ਵਿਜ਼ਨ, ਉਹ ਪਾਣੀਆਂ ਦਾ ਰਾਖਾ, ਉਹ ਕਿਸਾਨੀ ਦਾ ਰਾਖਾ ਇੱਕੋ ਇੱਕ ਹੈ, ਕੈਪਟਨ ਅਮਰਿੰਦਰ ਸਿੰਘ। ਉਹਨਾਂ ਦੀ ਸੋਚ, ਉਹਨਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਪੰਜਾਬ ਲੋਕ ਕਾਂਗਰਸ ਨੂੰ ਜੁਆਇਨ ਕੀਤਾ। ਅਤੇ ਦੂਸਰੀ ਗੱਲ, ਕਾਂਗਰਸ ਦੀ ਗੱਲ ਜਿਹੜੀ ਆਉਂਦੀ ਹੈ 2002 ਦੀ ਜਿਹੜੀ ਇਲੈਕਸ਼ਨ ਲੜੀ ਸੀ ਜਾਂ 2017 ਦੀ ਜੋ ਇਲੈਕਸ਼ਨ ਅਸੀਂ ਲੜੀ ਹੈ, ਪਹਿਲਾਂ ਅਸੀਂ ਕਾਂਗਰਸ ਦੇ ਨਾਮ ਤੇ ਨਹੀਂ ਲੜੀ, ਅਸੀਂ ਲੜੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਸ ਕਰਕੇ ਕੈਪਟਨ ਹੀ ਕਾਂਗਰਸ ਹੈ, ਕਾਂਗਰਸ ਹੀ ਕੈਪਟਨ ਹੈ। ਇਸ ਕਰਕੇ ਸਾਡਾ ਜਾਣਾ ਜਾਂ ਨਾ ਜਾਣਾ ਇਸ ਕਰਕੇ ਨਹੀਂ ਹੈ ਵੀ ਪੰਜਾਬ ਲੋਕ ਕਾਂਗਰਸ ਨੂੰ ਜੁਆਇਨ ਕੀਤਾ ਹੈ ਜਾਂ ਕੈਪਟਨ ਕਾਂਗਰਸ ਨੂੰ ਛੱਡਤਾ, ਇੱਕ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡਤਾ। ਸਾਡਾ ਛੱਡਣਾ ਜਾਂ ਨਾ ਛੱਡਣਾ ਨਹੀਂ ਕੋਈ ਮਾਇਨੇ ਨਹੀਂ ਰੱਖਦਾ। ਸਾਡਾ ਮਾਇਨਾ ਇਹ ਰੱਖਦਾ ਹੈ ਕਿ ਅਸੀਂ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਜੁੜੇ ਹਾਂ। ਜਿਵੇਂ ਨਵੀਂ ਪਾਰਟੀ ਹੋਂਦ 'ਚ ਆਈ ਆ ਔਰ ਕਾਫੀ ਸਾਰੀਆਂ ਜਿਹੜੀਆਂ ਵੈਕੈਂਸੀਜ਼ ਵੀ ਹੁੰਦੀਆਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਆਪਾਂ ਚੋਣ ਲੜ ਸਕਦੇ ਹਾਂ, ਪਰ ਤੁਸੀਂ ਵਿਸ਼ੇਸ਼ ਰੂਪ 'ਚ ਜਿਹੜਾ ਸਮਾਣਾ ਹੀ ਜਿਹੜਾ ਉਹ ਕਿਉਂ ਆਪਣੀ ਇਲੈਕਸ਼ਨ ਲੜਨ ਦੇ ਜਿਹੜੇ ਆਪਣਾ ਸਮਾਣਾ ਕੌਂਸਟੀਚੁਐਂਸੀ ਕਿਉਂ ਚੁਣੀ ਹੈ ਜੀ। ਸਮਾਣਾ ਕੌਂਸਟੀਚੁਐਂਸੀ ਨੂੰ ਪੰਜਾਬ ਲੋਕ ਕਾਂਗਰਸ ਲਈ ਚੁਣਨਾ ਮੇਰੇ ਲਈ ਇੱਕ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਸਮਾਣਾ ਮੇਰੀ ਜਨਮ ਭੂਮੀ ਹੈ, ਸਮਾਣਾ ਮੇਰੀ ਕਰਮ ਭੂਮੀ ਹੈ। ਇੱਥੇ ਹੀ ਮੈਂ ਜੰਮਿਆ, ਇੱਥੇ ਹੀ ਮੇਰਾ ਬਚਪਨ ਗੁਜ਼ਰਿਆ, ਇੱਥੇ ਹੀ ਮੇਰਾ ਜਵਾਨੀ ਗੁਜ਼ਰੀ ਹੈ, ਮੇਰਾ ਵਿਆਹ ਵੀ ਇੱਥੇ ਹੀ ਹੋਇਆ ਹੈ, ਮੇਰੀ ਬਿਜ਼ਨਸ ਦੀ ਪਾਰੀ ਵੀ ਇੱਥੋਂ ਸਟਾਰਟ ਹੋਈ ਸੀ। ਅਤੇ ਇਸ ਕਰਕੇ ਮੈਂ ਬਚਪਨ ਜੋ ਇੱਥੇ ਦੀਆਂ ਮਾਈਨਿਊਟਲੀ ਜੋ ਪ੍ਰੋਬਲਮਸ ਨੇ, ਜੋ ਵੱਡੀਆਂ ਪ੍ਰੋਬਲਮ ਨੇ, ਸਭ ਨੂੰ ਭਲੀ ਭਾਂਤੀ ਜਾਣਦਾ। ਅਤੇ ਮੈਂ ਚਾਹੁੰਦਾ ਵੀ ਮੈਂ ਇੱਥੇ ਆ ਕੇ ਇੱਥੇ ਚੁਣ ਕੇ ਜੇ ਉੱਪਰ ਵਾਲੇ ਦਾ ਆਸ਼ੀਰਵਾਦ ਹੋਵੇ, ਮੇਰੇ ਹਲਕੇ ਦਾ ਆਸ਼ੀਰਵਾਦ ਹੋਵੇ, ਮੇਰੇ ਭਰਾਵਾਂ ਦਾ ਆਸ਼ੀਰਵਾਦ ਹੋਵੇ, ਜੇ ਮੈਂ ਕੁਛ ਹੋ ਜਾ ਅਤੇ ਮੈਂ ਇੱਥੇ ਕੁਛ ਐਸਾ ਕਰਦਾ ਵੀ ਜਿਹੜੀ ਚੀਜ਼ਾਂ ਸਾਡੇ 15 ਸਾਲ ਜਾਂ 20 ਸਾਲ ਤੋਂ ਜਿਹੜੇ ਸਾਡੇ ਇਸ਼ੂਜ਼ ਨੇ, ਕੋਈ ਬਿਗ ਇਸ਼ੂਜ਼ ਨੇ, ਮੇਜਰ ਇਸ਼ੂਜ਼ ਨੇ ਜਾਂ ਕੋਈ ਮਾਈਨਿਊਟ ਇਸ਼ੂਜ਼ ਨੇ, ਉਹਨਾਂ ਨੂੰ ਮੈਂ ਪੂਰਾ ਕਰ ਸਕਾਂ। ਸਾਹਿਬ, ਜੇ ਸਮਾਣਾ ਹਲਕਾ ਤੁਹਾਨੂੰ ਇੱਕ ਇਹ ਚਾਂਸ ਦਿੰਦਾ ਹੈ ਅਤੇ ਸਮਾਣਾ ਦੇ ਲੋਕ ਜਿਹੜੇ ਤੁਹਾਨੂੰ ਚੁਣਦੇ ਨੇ
ਤਾਂ ਤੁਹਾਡਾ ਉਹਨਾਂ ਲਈ ਕੀ ਫਿਊਚਰ ਪਲਾਨਸ ਨੇ? ਤੁਸੀਂ ਕੀ ਆਪਣੇ ਮਨ ਦੇ ਵਿੱਚ ਉਹ ਜਿਹੜੇ ਉਹਨਾਂ ਲਈ ਇੱਕ ਚੰਗੇ ਕੰਮ ਸੋਚ ਕੇ ਰੱਖੇ ਨੇ ਇਸ ਇਲਾਕੇ ਦੇ ਲਈ ਵੀ, ਤਾਂ ਜੋ ਲੋਕਾਂ ਦੀ ਸੇਵਾ ਹੋ ਸਕੇ? ਕੁਝ ਇਹ ਸਾਡੇ ਜਿਹੜੇ ਦੇਸ਼ ਵਿਦੇਸ਼ ਦੇ ਦਰਸ਼ਕ ਨੇ ਸਟਿੰਗ ਨਿਊਜ਼ ਦੇ, ਉਹਨਾਂ ਨਾਲ ਜ਼ਰੂਰ ਸਾਂਝੇ ਕਰੋ, ਤਾਂ ਜੋ ਜੇ ਤੁਸੀਂ ਇਲੈਕਸ਼ਨ ਦੇ ਵਿੱਚ ਅੱਗੇ ਆਪਣੇ ਆਗਾਮੀ ਜ਼ੋਰ ਸ਼ੋਰ ਨਾਲ ਲਾਉਂਦੇ ਹੋ ਤਾਂ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਜਾਣਨ ਵੀ ਇੱਕ ਨਵਾਂ ਚਿਹਰਾ ਜੋ ਇਸ ਸਮਾਣੇ ਹਲਕੇ ਦੇ ਵਿੱਚ ਆ ਰਿਹਾ, ਉਹ ਇਸ ਇਲਾਕੇ ਲਈ ਕੀ ਕੀ ਕਰ ਸਕਦੇ ਨੇ। ਸਮਾਣਾ ਸਾਡਾ ਜਿਹੜਾ ਹੈ ਇੱਕ ਇਤਿਹਾਸਿਕ ਤੇ ਇੱਕ ਪੁਰਾਣਾ ਇੰਡਸਟਰੀਅਲ ਟਾਊਨ ਰਿਹਾ ਹੈ। ਪਛੜਿਆ ਤਾਂ ਹੁਣ ਨਹੀਂ ਕਹਿ ਸਕਦੇ, ਕਿਸੇ ਟਾਈਮ ਪਛੜਿਆ ਹੋਇਆ ਸੀ। ਹੁਣ ਤਾਂ ਇੰਡਸਟਰੀ ਇੱਥੇ ਮਤਲਬ ਕੋਈ 46 ਦੇ ਆਸ-ਪਾਸ 47 ਦੇ ਆਸ-ਪਾਸ ਸਪਿਨਿੰਗ ਦੇ ਯੂਨਿਟਸ ਨੇ, ਰਾਈਸ ਸ਼ੈਲਰ ਇੰਡਸਟਰੀ ਹੈ। ਦੂਸਰੀ ਰਹੀ ਗੱਲ, ਪਹਿਲਾਂ ਮੈਂ ਤੁਹਾਨੂੰ ਵਿੱਚੋਂ ਗਰੇਵਾਲ ਸਾਹਿਬ ਵਿੱਚੋਂ ਇੱਕ ਤੁਹਾਨੂੰ ਇੰਟਰਰਪਟ ਕਰ ਰਿਹਾ ਇਸ ਗੱਲ ਤੋਂ ਥੋੜ੍ਹਾ ਜਿਹਾ ਪਹਿਲਾਂ ਮੈਂ ਕਿਤੇ ਹੋਰ ਰਿਕਨੈਕਟ ਕਰਾਂਗਾ ਤੁਹਾਨੂੰ ਕਿ ਮੈਂ ਸਮਾਣਾ ਸ਼ਹਿਰ ਨੂੰ ਇਸ ਕਰਕੇ ਚੁਣਿਆ ਕਿਉਂਕਿ ਸਾਡਾ ਇੱਕ ਪਰਿਵਾਰ ਪੁਰਾਣਾ ਰਾਜਨੀਤਿਕ ਪਰਿਵਾਰ ਹੈ, ਲੇਕਿਨ ਉਸ ਰਾਜਨੀਤਿਕ ਪਰਿਵਾਰ ਦੇ ਹੋਣ ਕਰਕੇ ਅਸੀਂ ਸਾਡਾ ਪਰਿਵਾਰ ਰਾਜਨੀਤੀ ਤੋਂ ਕਾਫੀ ਸਾਲ ਦੂਰ ਰਿਹਾ। ਅਸੀਂ ਸਮਾਜ ਸੇਵਾ 'ਚ ਲੱਗੇ ਰਹੇ, ਅਸੀਂ ਆਪਣੇ ਬਿਜ਼ਨਸ 'ਚ ਲੱਗੇ ਰਹੇ, ਵਪਾਰ 'ਚ ਲੱਗੇ ਰਹੇ। ਸਾਡਾ ਪਰਿਵਾਰ ਸਾਰਾ ਵਪਾਰੀ ਰਿਹਾ। ਲੇਕਿਨ ਜਦੋਂ ਕੁਛ ਸਾਡੇ ਭਰਾਵਾਂ ਨੇ, ਸਾਡੇ ਕੁਛ ਦੋਸਤਾਂ ਨੇ, ਮਿੱਤਰਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਆਪਾਂ ਇਸ ਚੀਜ਼ ਨੂੰ ਦੁਬਾਰਾ ਰਿਵਾਈਵ ਕਰੀਏ, ਉਹਨਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਸਮਾਣੇ ਦੇ ਵਿੱਚ ਆਪਣੀ ਸੇਵਾ ਕਰਨ ਵਾਸਤੇ ਆਪਣੇ ਆਪ ਨੂੰ ਲੈ ਕੇ ਆਇਆ। ਉਹਨਾਂ ਨੇ ਮੈਨੂੰ ਪ੍ਰੇਰਿਆ। ਅਤੇ ਦੂਸਰੀ ਗੱਲ ਜਿਹੜੀ ਹੈ, ਹੁਣ ਤੁਹਾਡੇ ਕਿਹਾ ਕਿ ਮੇਰਾ ਸਮਾਣਾ ਦੇ ਬਾਰੇ ਮੇਰਾ ਕੀ ਵਿਜ਼ਨ ਹੈ, ਉਹ ਵਿਜ਼ਨ ਇਹ ਹੈ ਕਿ ਸਾਡਾ ਜਿਹੜਾ ਸਮਾਣਾ ਹੈ, ਇੱਥੇ ਇੰਪਲੋਇਮੈਂਟ ਜਿਹੜਾ ਹੈ ਬਹੁਤ ਜ਼ਰੂਰੀ ਹੈ। ਇੰਪਲੋਇਮੈਂਟ ਜਿਹੜਾ ਅਸੀਂ ਦੇਣਾ ਹੈ, ਕੱਲ੍ਹ ਨੂੰ ਇੱਥੇ ਕੋਈ ਵੱਡੀ ਐਸੀ ਇੰਡਸਟਰੀ ਲੈ ਕੇ ਆਉਣ ਦੀ ਮਨ 'ਚ ਤਮੰਨਾ ਹੈ ਕਿ ਇਹਦੇ ਨਾਲ ਕੀ ਹੈ ਕਿ ਸਾਡੇ ਬੱਚਾ, ਸਾਡਾ ਜਿਹੜਾ ਯੂਥ ਹੈ ਜਿਹੜਾ ਬਾਹਰ ਜਾ ਰਿਹਾ ਹੈ, ਫੋਰਨ ਜਾ ਰਿਹਾ ਹੈ, ਅਬਰੋਡ ਜਾ ਰਿਹਾ ਹੈ, ਜਾਂ ਫਿਰ ਸਾਡੇ ਸਮਾਣੇ ਤੋਂ ਬਾਹਰ ਜਾ ਕੇ ਨੌਕਰੀਆਂ ਕਰ ਰਹੇ ਨੇ ਬੱਚੇ, ਉਹਨਾਂ ਵਾਸਤੇ ਉਹਨਾਂ ਨੂੰ ਸਮਾਣੇ ਹੀ ਇੱਕ ਐਸਾ ਪ੍ਰੋਗਰਾਮ ਮਿਲ ਜਾਏ, ਕੋਈ ਐਸਾ ਅਫਸਰ ਮਿਲ ਜਾਏ ਕਿ ਸਮਾਣੇ ਤੋਂ ਬਾਹਰ ਜਾਣਾ ਹੀ ਨਾ ਪਵੇ, ਘਰ ਹੀ ਰਹਿਣ। ਕਿਉਂਕਿ ਜਿਹੜੀ ਨੌਕਰੀ ਮਿਲਣੀ ਹੈ ਬਾਹਰ ਵੀ, ਜਿਹੜੀ ਮਿਲਦੀ ਹੈ 40,000 ਜਾਂ 50,000 ਤੋਂ ਵੱਧ ਤੱਕ ਉਹਨਾਂ ਨੂੰ ਪੈਕੇਜ ਨਹੀਂ ਮਿਲਦਾ। ਬਾਹਰ ਜਾ ਕੇ ਬੱਚਾ ਰਹੇਗਾ ਤਾਂ ਉਸ ਨੂੰ ਜਿਹੜਾ ਹੈ 15-20,000 ਤਾਂ 30,000 ਤੋਂ ਤਾਂ ਖਰਚਾ ਹੀ ਹੋ ਜਾਏਗਾ, ਲੇਕਿਨ ਉਹਦੀ ਮਜਬੂਰੀ ਹੈ ਜਾਣਾ। 10-15,000 'ਚ ਨਹੀਂ ਕੁਛ ਬਣਦਾ ਬੱਚੇ ਦਾ ਅੱਜ ਦੀ ਡੇਟ 'ਚ। ਇਸ ਕਰਕੇ ਮੇਰਾ ਇੱਕ ਜਿਹੜਾ ਵਿਜ਼ਨ ਹੈ ਕਿ ਸਮਾਣਾ ਦੇ ਵਿੱਚ ਇੱਕ ਐਸਾ ਚੰਡੀਗੜ੍ਹ ਦੇ, ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਮਾਰਟ ਸਿਟੀ, ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਇਆ ਹੋਇਆ ਹੈ, ਚੰਡੀਗੜ੍ਹ ਦੀ ਤਰਜ਼ ਦੇ ਉੱਪਰ ਇੱਕ ਸਮਾਣੇ ਨੂੰ ਸਮਾਰਟ ਸਿਟੀ ਬਣਾਇਆ ਜਾਵੇ, ਜਿਹਦੇ 'ਚ ਸਾਰਾ ਕੁਛ ਹੀ ਕਵਰ ਹੋ ਜਾਏਗਾ। ਸਾਰੇ ਮੁੱਦੇ, ਸਾਰੀਆਂ ਡਿਵੈਲਪਮੈਂਟ ਦੀਆਂ ਚੀਜ਼ਾਂ, ਬਾਰ-ਬਾਰ ਚੀਜ਼ਾਂ ਨੂੰ ਨਹੀਂ ਕਰ ਸਕਦੇ, ਤਾਂ ਸਾਰਾ ਕੁਛ ਇਹਦੇ 'ਚ ਕਵਰ ਹੋ ਜਾਏਗਾ। ਚਾਹੇ ਉਹ ਰੋਡ ਇਨਫਰਾਸਟਰਕਚਰ ਹੋਵੇ, ਚਾਹੇ ਲਾਈਟਿੰਗ ਦੀ, ਟ੍ਰੈਫਿਕ ਲਾਈਟ ਦੀ ਬੜੀ ਜ਼ਰੂਰਤ ਹੈ ਸਮਾਣੇ 'ਚ। 25 ਸਾਲ ਤੋਂ ਟ੍ਰੈਫਿਕ ਲਾਈਟ ਹੀ ਨਹੀਂ ਹੈ। ਦੇਖੋ ਕਿਹੜਾ ਐਸਾ ਸ਼ਹਿਰ ਹੈ ਜਿੱਥੇ ਟ੍ਰੈਫਿਕ ਲਾਈਟ ਨਾ ਹੋਵੇ। ਦੂਸਰਾ ਹੈ, ਟ੍ਰੈਫਿਕ ਲਾਈਟ ਦੇ ਆਉਣ ਨਾਲ ਟ੍ਰੈਫਿਕ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਜੋ ਕਿ ਬਹੁਤ ਜ਼ਰੂਰੀ ਹੈ। ਦੂਸਰਾ, ਹੈਲਥ ਸਿਸਟਮ ਜਿਹੜਾ ਹੈ, ਹੈਲਥ ਇਨਫਰਾਸਟਰਕਚਰ ਹੈ, ਸਮਾਰਟ ਸਿਟੀ ਹੋਣ ਨਾਲ ਹੈਲਥ ਇਨਫਰਾਸਟਰਕਚਰ ਆਪਣੇ ਆਪ ਬੈਟਰ ਹੋ ਜਾਏਗਾ। ਲੋਕਾਂ ਨੂੰ ਜਿਹੜਾ ਸਮਾਣੇ ਤੋਂ ਪਟਿਆਲੇ ਜਾਣਾ ਪੈਂਦਾ ਹੈ, ਰਾਤ ਨੂੰ ਤੁਸੀਂ 10 ਵਜੇ ਤੋਂ ਬਾਅਦ ਸਮਾਣੇ ਨੂੰ ਤੁਸੀਂ, ਜੇ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹਨੂੰ ਸਮਾਣੇ ਐਂਟਰਟੇਨ ਹੀ ਨਹੀਂ ਹੁੰਦਾ ਬੰਦਾ, ਪੇਸ਼ੈਂਟ ਸਮਾਣੇ ਐਂਟਰਟੇਨ ਹੀ ਨਹੀਂ ਹੁੰਦਾ, ਉਹਨੂੰ ਪਟਿਆਲਾ ਜਾਣਾ ਪੈਂਦਾ ਹੈ। ਤੀਸਰਾ ਮੇਨ ਜਿਹੜਾ ਹੈ ਬੱਚਿਆਂ ਦੀ ਐਜੂਕੇਸ਼ਨ ਦਾ ਹੈ। ਸਮਾਰਟ ਸਿਟੀ ਆਉਣ ਦੇ ਨਾਲ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ, ਐਜੂਕੇਸ਼ਨ ਇੰਸਟੀਟਿਊਸ਼ਨਸ ਨਵੇਂ ਆਉਣਗੇ, ਵਧੀਆ ਚੀਜ਼ਾਂ ਆਉਣਗੀਆਂ, ਬਾਹਰੋਂ ਇਨਵੈਸਟਮੈਂਟ ਹੋਏਗੀ, ਅਤੇ ਸਾਰਾ ਕੁਛ ਹੀ ਜਿਹੜਾ ਹੈ ਇਨਫਰਾਸਟਰਕਚਰ ਆਪਣੇ ਆਪ ਹੀ ਡਿਵੈਲਪ ਹੋ ਜਾਏਗਾ। ਸਿੰਗਲਾ ਸਾਹਿਬ, ਸਭ ਤੋਂ ਅਹਿਮ ਗੱਲ ਆ ਜਿਹੜੀ ਸਮਾਣਾ ਹਲਕਾ ਆ, ਪਹਿਲਾਂ ਹੀ ਇੱਥੇ ਬੜੇ ਕੱਦਬਾਰ ਜਿਹੜੇ ਨੇਤਾ ਨੇ, ਲਾਲ ਸਿੰਘ ਜੀ ਨੇ, ਉਹਨਾਂ ਦਾ ਬੇਟਾ ਤੁਹਾਡੇ ਇੱਥੇ MLA ਆ, ਅਤੇ ਅਕਾਲੀ ਦਲ ਦੇ ਰਖੜਾ ਸਾਹਿਬ ਨੇ, ਉਹ ਬੜੀ ਪੁਰਾਣੀ ਪੈਂਠ ਰੱਖਦੇ ਨੇ ਆਪਣੀ ਸਿਆਸਤ ਦੇ ਵਿੱਚ। ਅਤੇ ਇਹਨਾਂ ਜਿਹੜੇ ਦਿੱਗਜ, ਜਿਹੜੇ ਆਪਾਂ ਕਹਿ ਦਿੰਦੇ ਹਾਂ ਪੁਰਾਣੇ ਨੇਤਾ ਨੇ, ਇਹਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਸੁਰੱਖਿਅਤ ਅਤੇ ਕਿੰਨਾ ਕੁ ਕਾਮਯਾਬ ਮਹਿਸੂਸ ਕਰਦੇ ਹੋ ਵੀ ਕੱਲ੍ਹ ਨੂੰ ਤੁਸੀਂ ਇਹਨਾਂ ਦੇ ਨਾਲ ਜਿਹੜੀ ਇੱਕ ਵੱਡੀ ਜੰਗ ਵਿੱਢਣੀ ਆ, ਅਤੇ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਿਆ ਮਹਿਸੂਸ ਕਰਦੇ ਹੋ? ਅਤੇ ਕਿਹੜੇ ਅਜਿਹੀਆਂ ਮੁੱਖ ਗੱਲਾਂ ਨੇ ਜਿਹਦੇ ਨਾਲ ਤੁਸੀਂ ਇਹਨਾਂ ਦਿੱਗਜ ਨੇਤਾਵਾਂ ਨੂੰ ਜਿਹੜਾ ਕੰਪੀਟ ਕਰ ਸਕਦੇ ਹੋ, ਜਾਂ ਇਹਨਾਂ ਨੂੰ ਤੁਸੀਂ ਇਹਨਾਂ ਦੀਆਂ ਕੀਤੀਆਂ ਗੱਲਾਂ ਨਾਲ ਆਪਣੇ ਨੂੰ ਕੰਪੇਅਰ ਕਰ ਸਕਦੇ ਹੋ? ਗਰੇਵਾਲ ਸਾਹਿਬ, ਤੁਸੀਂ ਮੈਨੂੰ ਇਹ ਸਵਾਲ ਕਰਕੇ ਇੱਕ ਧਰਮ ਸੰਕਟ 'ਚ ਹੀ ਪਾਤਾ, ਕਿਉਂਕਿ ਮੈਂ ਕੋਈ ਨੈਗੇਟਿਵ ਜਾਂ ਕੋਈ ਨਕਾਰਾਤਮਕ ਰਾਜਨੀਤੀ ਕਰਨ ਨਹੀਂ ਆਇਆ। ਕਿਉਂਕਿ ਮੇਰੇ ਰਖੜਾ ਸਾਹਿਬ ਮੇਰੇ ਬੜੇ ਸਤਿਕਾਰਯੋਗ ਨੇ, ਰਜਿੰਦਰ ਸਿੰਘ ਜੀ ਤਾਂ ਮੇਰੇ ਵੱਡੇ ਭਰਾ ਨੇ, ਬੜੇ ਸਤਿਕਾਰਯੋਗ ਨੇ। ਲੇਕਿਨ ਤੁਸੀਂ ਸਵਾਲ ਪੁੱਛਿਆ ਤਾਂ ਸਵਾਲ ਦਾ ਜਵਾਬ ਮੈਨੂੰ ਦੇਵਾਂਗਾ ਮੈਂ, ਲੇਕਿਨ ਮੈਂ ਕੋਈ ਰਾਜਨੀਤਿਕ ਨੈਗੇਟਿਵ ਗੱਲ ਮੈਂ ਨਹੀਂ ਕਰਨਾ, ਮੈਂ ਤਾਂ ਡਿਵੈਲਪਮੈਂਟ ਦੀ ਗੱਲ ਕਰਨੀ ਹੈ। ਦੇਖੋ, ਰਖੜਾ ਸਾਹਿਬ ਬੜੇ ਸਤਿਕਾਰਯੋਗ ਨੇ, ਉਹਨਾਂ ਦੇ ਬਾਰੇ ਮੈਂ ਨਹੀਂ ਕੋਈ ਐਸੀ ਗੱਲ ਕਰ ਰਿਹਾ, ਲੇਕਿਨ ਪੋਲੀਟੀਕਲ ਗੱਲ ਜਾਂ ਜੋ ਲੋਕਾਂ ਦੀ ਆਵਾਜ਼ ਹੈ ਉਹਦੇ ਬਾਰੇ ਮੈਂ ਗੱਲ ਕਰਾਂਗਾ
ਕਿ 10 ਸਾਲ ਜਦੋਂ ਸਰਕਾਰ ਅਕਾਲੀ ਦਲ ਦੀ ਸੀ, ਰਖੜਾ ਸਾਹਿਬ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਰਹੇ। ਰਖੜਾ ਸਾਹਿਬ ਸਾਡੇ ਇੱਕ ਨੰਬਰ ਦੇ ਵਜ਼ੀਰ ਰਹੇ, ਜਿੱਥੇ ਸਾਰਾ ਪੰਜਾਬ ਦਾ ਉਹਨਾਂ ਦੇ ਕੋਲ ਸਾਰਾ ਛੱਤਰ ਛਾਇਆ ਉਹਨਾਂ ਕੋਲ ਸੀ। ਤਾਂ ਉਹ ਗਲੀਆਂ ਨਾਲੀਆਂ ਬਣਾਉਣਾ, ਕੋਈ ਧਰਮਸ਼ਾਲਾ ਬਣਾਉਣਾ ਜਾਂ ਕੋਈ ਸੜਕਾਂ ਬਣਾਉਣੀਆਂ, ਪਿੰਡ ਦੀਆਂ ਫਿਰਤੀਆਂ ਬਣਾਉਣਾ, ਇਹਨੂੰ ਉਹ ਡਿਵੈਲਪਮੈਂਟ ਆਪਾਂ ਨਹੀਂ ਕਹਿ ਸਕਦੇ ਕਿ ਡਿਵੈਲਪਮੈਂਟ ਤਾਂ ਕਰਨਾ, ਸਰਕਾਰਾਂ ਨੇ ਕਰਨਾ ਹੈ ਡਿਵੈਲਪਮੈਂਟ ਦਾ। ਫਿਰ ਵੀ ਕੁਝ ਐਸੇ ਮੁੱਦੇ ਜਿਹੜੇ ਨੇ ਉਹ ਮੈਂ ਤੁਹਾਨੂੰ ਡਿਸਕਸ ਕਰਦਾ। ਦੂਸਰੀ ਗੱਲ ਰਹੀ, ਉਹ ਅਸੀਂ ਅਣਛੂਤੇ ਰਹੇ 10 ਸਾਲ। ਹੁਣ ਦੂਸਰੀ ਗੱਲ ਹੈ, ਸਰਦਾਰ ਰਜਿੰਦਰ ਸਿੰਘ ਜੀ ਦੀ ਮੇਰੇ ਵੱਡੇ ਭਰਾ ਨੇ, ਬੜੇ ਸਤਿਕਾਰਯੋਗ ਨੇ, ਮੇਰਾ ਫੈਮਿਲੀ ਰਿਲੇਸ਼ਨ ਹੈ, ਮੇਰੀ ਫੈਮਿਲੀ ਹੈ। ਲੇਕਿਨ ਗੱਲ ਇਹ ਹੈ ਵੀ ਉਹਨਾਂ ਤੋਂ ਵੀ ਕੁਝ ਚੀਜ਼ਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਹੋਈਆਂ, ਉਹ ਕਈ ਚੀਜ਼ਾਂ ਸਰਕਾਰ ਦੇ ਪਾਰਟ 'ਤੇ ਰਹਿ ਜਾਂਦੀਆਂ ਨੇ, ਉਹ ਕੁਝ ਚੀਜ਼ਾਂ ਰਹਿ ਗਈਆਂ। ਰੋਡਸ ਬਣ ਗਈਆਂ, ਕਈ ਇਨਫਰਾਸਟਰਕਚਰ ਦੀ ਚੀਜ਼ਾਂ ਹੋ ਗਈਆਂ, ਕੋਈ ਧਰਮਸ਼ਾਲਾ ਬਣ ਗਈ, ਸਾਰਾ ਕੁਝ ਬਣ ਗਿਆ, ਲੇਕਿਨ ਚੀਜ਼ਾਂ ਕਈ ਮੁੱਦੇ ਹਾਲੇ ਵੀ ਪੈਂਡਿੰਗ ਨੇ। ਉਹ 15 ਸਾਲ 20 ਸਾਲ ਤੋਂ ਪੈਂਡਿੰਗ ਹੀ ਚਲੇ ਆ ਰਹੇ ਨੇ, ਕਿਉਂਕਿ ਉਹ ਚੀਜ਼ਾਂ ਨੂੰ ਆਪਾਂ ਟੱਚ ਹੀ ਨਹੀਂ ਕਰ ਪਾ ਰਹੇ। ਮੈਂ ਇੱਕ ਐਸਾ ਟੱਚ ਇਸ ਕਰਕੇ ਦੇ ਪਾਵਾਂ ਕਿਉਂਕਿ ਮੈਂ ਇੱਥੇ ਦਾ ਜੰਪਲ ਹਾਂ, ਮੈਂ ਇੱਥੇ ਦਾ ਰਹਿਣ ਵਾਲਾ, ਮੇਰੀ ਇੱਥੇ ਬਚਪਨ ਗੁਜ਼ਰਿਆ, ਇੱਥੇ ਦੀ ਮਿੱਟੀ 'ਚ ਮੈਂ ਪਲਿਆ। ਮੈਨੂੰ ਪਤਾ ਹੈ ਲੋਕਾਂ ਦੀ ਨਬਜ਼ ਕਿੱਥੇ ਹੈ, ਲੋਕਾਂ ਨੂੰ ਕੀ ਚਾਹੀਦਾ ਹੈ। ਉਹ ਚੀਜ਼ ਨੂੰ ਕਰਨ ਵਾਸਤੇ ਹੀ ਮੈਂ ਜਿਹੜਾ ਹੈ ਇਹ ਕਹਿ ਰਿਹਾ ਕਿ ਮੇਰਾ ਵਿਜ਼ਨ ਜਿਹੜਾ ਮੈਂ ਤੁਹਾਨੂੰ ਦੱਸਿਆ ਸਮਾਰਟ ਸਿਟੀ ਵਾਲਾ, ਉਹ ਚੀਜ਼ਾਂ ਕਰਨੀਆਂ ਨੇ ਇਹਦੇ ਵਿੱਚ, ਜਿਹੜੀਆਂ ਚੀਜ਼ਾਂ ਅਸੀਂ ਮਿਸ ਕਰ ਗਏ 15 ਸਾਲ 20 ਸਾਲ ਦੇ ਵਿੱਚ, ਜਿਹੜੀਆਂ ਮਿਸ ਕਰ ਗਏ। ਬਾਕੀ ਬੜੇ ਲੀਡਰ ਨੇ, ਮੈਂ ਕੋਈ ਰਾਜਨੀਤੀ ਦੀ ਗੱਲ ਕਰਨ ਵਾਸਤੇ ਵੀ ਕੋਈ ਮੇਰਾ ਨੈਗੇਟਿਵ ਮੈਂ ਰੋਲ ਨਹੀਂ ਕਰਨਾ ਇੱਥੇ। ਮੈਂ ਤਾਂ ਲੋਕਾਂ ਦੇ ਵਿੱਚ ਆਪਣਾ ਵਿਜ਼ਨ ਲੈ ਕੇ ਗਿਆ। ਜੇ ਲੋਕਾਂ ਨੂੰ ਮੇਰੀ ਗੱਲਾਂ, ਮੇਰੇ ਪਰਿਵਾਰਾਂ ਨੂੰ, ਮੇਰੇ ਹਲਕੇ ਨੂੰ ਜਾਂ ਮੇਰੇ ਭਰਾਵਾਂ ਨੂੰ, ਮੇਰੇ ਜਿਨ੍ਹਾਂ ਨਾਲ ਪਰਿਵਾਰਾਂ ਨੂੰ ਮੈਂ ਪਿਆਰ ਕਰਦਾ, ਉਹਨਾਂ ਨੂੰ ਮੇਰੀ ਗੱਲ ਚੰਗੀ ਲੱਗੇਗੀ ਤਾਂ ਮੈਨੂੰ ਆਪ ਹੀ ਉਹਨਾਂ ਨੇ ਆਸ਼ੀਰਵਾਦ ਦੇ ਦੇਣਾ ਹੈ। ਬਸ ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਵੱਲੋਂ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਤੇ ਸਿੰਗਲਾ ਸਾਹਿਬ, ਜਿਵੇਂ ਆਪਾਂ ਦੇਖਦੇ ਹਾਂ ਵੀ ਕੁਝ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਭਾਜਪਾ ਦੇ ਨਾਲ ਵੀ ਜਿਹੜਾ ਹੱਥ ਮਿਲਾਇਆ ਗਿਆ ਤੇ ਭਾਜਪਾ ਦੇ ਕੁਝ ਸਮਾਂ ਪਹਿਲਾਂ ਜੋ ਕਿਸਾਨਾਂ ਦੇ ਨਾਲ ਸੰਬੰਧ ਸਖਾਵੇਂ ਨਹੀਂ ਸਨ, ਪਰ ਅੱਜ ਉਹ ਜਿਹੜੇ ਸੰਬੰਧਾਂ ਦਾ ਫਰਕ ਪੈ ਚੁੱਕਿਆ। ਕੀ ਇਹ ਪਾਰਟੀਆਂ ਦੇ ਗੱਠਜੋੜ ਨਾਲ ਵੀ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਹੋਇਆ ਦੇਖਦੇ ਹੋ ਤੇ ਜਿਹੜੇ ਵੋਟਰ ਨੇ, ਖਾਸ ਕਰ ਜਿਹੜੇ ਪੇਂਡੂ ਵੋਟਰ ਨੇ, ਉਹਨਾਂ ਤੇ ਪੰਜਾਬ ਲੋਕ ਕਾਂਗਰਸ ਜਿਹੜੀ ਆ ਆਪਣਾ ਜਿਹੜਾ ਪ੍ਰਭਾਵ ਪਾਉਣ ਲਈ ਕਾਮਯਾਬ ਹੋਏਗੀ? ਦੇਖੋ ਜੀ ਗਰੇਵਾਲ ਸਾਹਿਬ, ਜਿਹੜਾ ਤੁਸੀਂ ਗੱਲ ਪੁੱਛੀ ਹੈ ਭਾਜਪਾ ਦੇ ਨਾਲ ਗੱਠਜੋੜ ਦੀ, ਇਹ ਜਿਹੜਾ ਮਿਲਨ ਹੈ ਦੋ ਰਾਸ਼ਟਰਵਾਦੀ ਨੇਤਾਵਾਂ ਦਾ, ਦੋ ਰਾਸ਼ਟਰਵਾਦੀ ਸੋਚ ਵਾਲੀਆਂ ਵਿਚਾਰਧਾਰਾ ਦਾ ਮਿਲਨ ਹੈ। ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਨੇ ਉਹ ਇੱਕ ਰਾਸ਼ਟਰਵਾਦੀ ਲੀਡਰ ਨੇ, ਜਿਨ੍ਹਾਂ ਨੇ ਕਈ ਸਾਡੇ ਦੇਸ਼ ਲਈ ਲੜਾਈਆਂ ਲੜੀਆਂ, ਫੌਜ ਦੇ ਵਿੱਚ ਰਹੇ, ਗੋਲੀਆਂ ਵੀ ਖਾਈਆਂ, ਉਸ ਤੋਂ ਬਾਅਦ ਸਾਡੇ ਪਾਣੀਆਂ ਦੀ ਲੜਾਈ ਲੜੀ, ਕਿਸਾਨੀ ਦੀ ਲੜਾਈ ਲੜੀ, ਜਿੱਤ ਵੀ ਪ੍ਰਾਪਤ ਕਰੀ। ਅਤੇ ਦੂਸਰਾ ਜੋ ਭਾਜਪਾ ਦਾ ਹੈ, ਨਰਿੰਦਰ ਮੋਦੀ ਜੀ ਸਾਡੇ ਮਾਨਨੀ ਪ੍ਰਧਾਨ ਮੰਤਰੀ ਨੇ, ਉਹ ਵੀ ਰਾਸ਼ਟਰਵਾਦ ਦੀ ਗੱਲ ਕਰਦੇ ਨੇ। ਰਾਸ਼ਟਰਵਾਦੀ ਮੁੱਦੇ ਜਿਹੜੇ ਨੇ ਰਾਸ਼ਟਰ ਨੂੰ ਅੱਗੇ ਲੈ ਕੇ ਗਏ ਨੇ। ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਸਾਡਾ ਜਿਹੜਾ ਇੰਡੀਆ ਦੀ ਗੱਲ ਹੈ ਅੱਜ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਸਾਡਾ, ਜਦੋਂ ਅਸੀਂ ਮੋਦੀ ਜੀ ਦੀ ਗੱਲ ਕਰਦੇ ਹਾਂ। ਜਦੋਂ ਦੋ ਰਾਸ਼ਟਰ ਦੇ ਨਾਲ ਪਿਆਰ ਕਰਨ ਵਾਲੇ ਪਾਰਟੀਆਂ ਦਾ ਜਾਂ ਰਾਸ਼ਟਰ ਨਾਲ ਪਿਆਰ ਕਰਨ ਵਾਲੀ ਵਿਚਾਰਧਾਰਾ ਦਾ ਮਿਲਨ ਹੁੰਦਾ ਹੈ ਤਾਂ ਕੁਝ ਅੱਛਾ ਹੀ ਹੁੰਦਾ ਹੈ। ਅੱਜ ਅੰਤ ਦੇ ਵਿੱਚ ਤੁਸੀਂ ਜਿਹੜੇ ਸਮਾਣਾ ਵਾਸੀ ਨੇ, ਜਿਹੜੇ ਤੁਹਾਡੇ ਵੋਟਰ ਨੇ, ਜਿਨ੍ਹਾਂ ਤੋਂ ਤੁਸੀਂ ਜਿੱਤ ਦੀ ਆਸ ਰੱਖਦੇ ਹੋ, ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਵੀ ਤੁਸੀਂ ਉਹਨਾਂ ਦੀ ਸੇਵਾ ਕਰਨੀ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੇ ਵੋਟਰ ਨੇ ਇਹ ਤੁਹਾਡੇ ਵੱਲ ਵੋਟ ਪਾਉਣ, ਤੁਹਾਨੂੰ ਜਿਤਾਉਣ ਤੇ ਇਸ ਇਲਾਕੇ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਦੇਣ? ਗਰੇਵਾਲ ਸਾਹਿਬ, ਤੁਸੀਂ ਮੈਨੂੰ ਸੁਨੇਹੇ ਦੀ ਗੱਲ ਕਰੀ। ਸੁਨੇਹਾ ਤਾਂ ਉੱਥੇ ਦਿੱਤਾ ਜਾਂਦਾ ਹੈ ਜਿੱਥੇ ਪਰਿਵਾਰ ਨਾ ਹੋਵੇ। ਸਮਾਣਾ ਹਲਕਾ ਮੇਰਾ ਪਰਿਵਾਰ ਹੈ, ਇੱਥੇ ਤਾਂ ਮੈਂ ਬੇਨਤੀ ਕਰਨੀ ਹੈ, ਮੈਂ ਸੁਨੇਹਾ ਨਹੀਂ ਦੇਣਾ, ਬੇਨਤੀ ਹੈ ਮੇਰੇ ਪਰਿਵਾਰ ਨੂੰ ਕਿ ਜੇ ਉਹਨਾਂ ਨੂੰ ਮੇਰੀਆਂ ਗੱਲਾਂ, ਜੋ ਮੇਰਾ ਵਿਜ਼ਨ ਹੈ, ਜੋ ਮੈਂ ਕਰਨਾ ਚਾਹੁੰਦਾ ਸਮਾਣੇ ਵਾਸਤੇ, ਜੋ ਚੀਜ਼ਾਂ, ਜੋ ਏਜੰਡੇ ਅਨਟੱਚ ਰਹਿ ਗਏ, ਕਿਸੇ ਨੇ ਟੱਚ ਨਹੀਂ ਕੀਤਾ, ਜਿਨ੍ਹਾਂ ਪ੍ਰੋਬਲਮਸ ਨੂੰ ਮੈਂ ਜਿਹੜੀਆਂ ਲੈ ਕੇ ਰੱਖੀਆਂ ਨੇ ਆਪਣੇ ਮਨ 'ਚ, ਜੋ ਮੈਂ ਲੈ ਕੇ ਬੈਠਾ ਹੋਇਆ, ਉਸ ਚੀਜ਼ ਦਾ ਇੱਕ ਏਜੰਡਾ ਇਹ ਹੈ ਕਿ ਮੈਂ ਬਹੁਤ ਹੀ ਜਲਦੀ ਸਮਾਣਾ ਹਲਕੇ ਦੇ ਵਿੱਚ ਇੱਕ ਸਮਿਟ, ਜਿਸ 'ਚ ਸਮਾਣਾ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਇੰਡਸਟਰੀ ਲਗਾਉਣ ਵਾਸਤੇ, ਬਿਗ ਹਾਊਸਿਸ ਨਾਲ, ਬਿਗ ਇੰਡਸਟਰੀ ਨਾਲ, ਜਿਹੜੇ ਸਾਡੇ ਵੱਡਾ ਕੋਈ ਉਦਯੋਗ ਲੱਗ ਜਾਏ, ਉਹਦੇ ਵਾਸਤੇ ਮੈਂ ਇੱਕ ਜਲਦੀ ਹੀ ਸਮਿਟ ਦੀ ਪਲਾਨ ਕਰ ਰਿਹਾ। ਬੜੀ ਜਲਦੀ ਹੀ ਮੈਂ ਆਪਣੀ ਪਾਰਟੀ ਦੇ ਵਿੱਚ ਆਪਣਾ ਇਹ ਪੱਖ ਰੱਖਾਂਗਾ ਪਲੇਟਫਾਰਮ 'ਤੇ ਕਿ ਇੱਕ ਸਮਿਟ ਦਾ ਇੱਕ ਆਯੋਜਨ ਕੀਤਾ ਜਾਵੇ ਸਾਡੇ ਸਮਾਣੇ 'ਚ, ਜਿਹਦੇ 'ਚ ਮੈਂ ਵੱਡੀਆਂ ਇੰਡਸਟਰੀ ਵਾਲਿਆਂ ਨੂੰ, ਵੱਡੇ ਬਿਗ ਹਾਊਸਿਸ ਨੂੰ, ਚਾਹੇ ਉਹ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਹਾਊਸਿਸ ਨੇ, ਪਲੇਟਫਾਰਮਸ ਨੇ,
ਸਮਾਨੇ ਦੇ ਵਿੱਚ ਕੀ ਸਬਮਿਟ ਕਰਾ ਕੇ ਜਾਂ ਕੋਈ ਐਸਾ ਟਾਈਮ ਵੈਨਿਊ ਕੋ ਚੈੱਕ ਕਰ ਲਾਂਗੇ ਕਿ ਜਿੱਥੇ ਰੱਖਿਆ, ਜਿਹਦੇ 'ਚ ਲੇਕਿਨ ਪ੍ਰੈਫਰੈਂਸ ਸਾਡੇ ਸਮਾਨੇ ਹਲਕੇ ਨੂੰ ਦਿੱਤੀ ਜਾਵੇ, ਤਾਂ ਕਿ ਸਾਡੇ ਬੱਚਿਆਂ ਨੂੰ ਨਵਾਂ ਐਕਸਪੋਜ਼ਰ ਮਿਲੇ, ਨਵਾਂ ਵਿਜ਼ਨ ਮਿਲੇ ਤੇ ਉਹਨਾਂ ਨੂੰ ਨਵਾਂ ਐਮਪਲੋਇਮੈਂਟ ਦੇ ਵਿੱਚ ਜਿਹੜੇ ਨਵੇਂ ਰੋਜ਼ਗਾਰ ਦੇ ਜਿਹੜੇ ਨਵੇਂ ਅਵਸਰ ਪੈਦਾ ਹੋਣ। ਜਿਹੜੀਆਂ ਮੇਰੀਆਂ ਇਹ ਸੋਚ ਹੈ, ਮੇਰੀ ਇਹ ਗੱਲ ਹੈ, ਮੈਂ ਹੀ ਬੇਨਤੀ ਕਰਾਂਗਾ ਮੈਂ ਆਪਣੇ ਪਰਿਵਾਰ ਨੂੰ, ਸਮਾਣਾ ਹਲਕੇ ਦੇ ਵਾਸੀਆਂ ਨੂੰ, ਮੇਰੇ ਭਰਾਵਾਂ ਨੂੰ, ਕਿ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇਗੀ ਤਾਂ ਮੇਰੀ ਗੱਲ ਨੂੰ ਪੂਰ ਚੜਾਓ, ਮੈਨੂੰ ਮੌਕਾ ਦਿਓ, ਕਿਉਂਕਿ ਤੁਸੀਂ ਜਿਨ੍ਹਾਂ ਨੂੰ ਪਹਿਲਾਂ ਮੌਕਾ ਦਿੱਤਾ ਹੈ ਸਾਰੇ ਪੁਰਾਣੇ ਨੇ, ਪੁਰਾਣੇ ਪਰਿਵਾਰ ਨੇ। ਮੈਨੂੰ ਇੱਕ ਵਾਰੀ ਮੌਕਾ ਦਿਓ, ਮੇਰੀ ਸੋਚ ਨੂੰ ਮੌਕਾ ਦਿਓ, ਤੇ ਮੈਂ ਸੋਚਦਾ ਕਿ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ, ਜੇ ਮੇਰਾ ਵਿਜ਼ਨ ਸਹੀ ਹੋਇਆ ਤਾਂ ਸੱਚੀ ਨੀਤ ਨਾਲ ਕੰਮ ਕਰਾਂਗਾ, ਤਾਂ ਸੱਚੀ ਨੀਤ ਹੋਏਗੀ ਤਾਂ ਆਪਣੇ ਆਪ ਹੀ ਹੋ ਜਾਣਾ ਸਾਰਾ ਕੁਝ। ਧੰਨਵਾਦ। ਗੱਲਬਾਤ ਕੀਤੀ ਆ ਮੇਰਾ ਹਲਕਾ ਮੇਰਾ ਨੇਤਾ ਹਲਕਾ ਸਮਾਣਾ ਤੋਂ ਸ਼੍ਰੀ ਸੰਦੀਪ ਸਿੰਗਲਾ ਜੀ, ਜੋ ਦਾਅਵੇਦਾਰ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਨ ਦੇ, ਜੋ ਇੱਛਾ ਜ਼ਾਹਰ ਕੀਤੀ ਹੈ ਜਿਨ੍ਹਾਂ ਨੇ, ਤੇ ਪਾਰਟੀ ਨੂੰ ਇਹ ਸੁਨੇਹਾ ਵੀ ਪਹੁੰਚਾਇਆ ਵੀ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਮੈਨੂੰ ਦਿੱਤਾ ਜਾਵੇ। ਇੱਕ ਗੱਲ ਜ਼ਰੂਰ ਬਹੁਤ ਖਾਸ ਹੈ ਵੀ ਜਿਹੇ ਲੋਕ ਜੋ ਬੇਦਾਗ ਨੇ, ਜੋ ਸੇਵਾ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਔਰ ਖਾਸ ਕਰ ਜਿਹੜੀ ਇੱਕ ਪਰਿਵਾਰਵਾਦ ਦੇ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ ਜਾਂ ਇੱਕ ਧਾਰਮਿਕ ਆਸਪੈਕਟ ਨੂੰ ਲੈ ਕੇ ਪਾਰਟੀਆਂ ਚੱਲਦੀਆਂ ਨੇ, ਉਹਨਾਂ ਤੋਂ ਕਿਤੇ ਉਤਾਂਹ ਉੱਠ ਕੇ ਜਿਹੜੇ ਨਵੇਂ ਲੋਕ ਰਾਜਨੀਤੀ ਵਿੱਚ ਆਉਂਦੇ ਨੇ ਉਹ ਕੁਛ ਨਾ ਕੁਛ ਜ਼ਰੂਰ ਚੰਗਾ ਕਰਦੇ ਨੇ। ਬਦਲਾਵ ਹਮੇਸ਼ਾ ਹੀ ਜਿਹੜੀ ਆ ਸਮੇਂ ਦੀ ਮੰਗ ਹੁੰਦੀ ਹੈ, ਤੇ ਇਸ ਬਦਲਾਵ ਦੇ ਵਿੱਚ ਜਦੋਂ ਅਜਿਹੇ ਨਵੇਂ ਚਿਹਰੇ ਸੰਦੀਪ ਸਿੰਗਲਾ ਜੀ ਵਰਗੇ ਆਉਂਦੇ ਨੇ ਤਾਂ ਚੰਗੇ ਦੀ ਆਸ ਕਰੀ ਜਾਣੀ ਯਕੀਨੀ ਹੈ। ਸੋ ਸਾਡੇ ਵੱਲੋਂ, ਸਾਡੀ ਟੀਮ ਵੱਲੋਂ, ਜਤਵਿੰਦਰ ਗਰੇਵਾਲ ਵੱਲੋਂ, ਰੁਪਿੰਦਰ ਕੌਰ ਵੱਲੋਂ ਤੇ ਸਟਿੰਗ ਨਿਊਜ਼ ਵੱਲੋਂ ਇਹਨਾਂ ਨੂੰ ਇਸ ਨਵੇਂ ਸਫ਼ਰ ਦੀਆਂ ਸ਼ੁਭ ਕਾਮਨਾਵਾਂ ਤੇ ਆਪਣੇ ਵਿਚਾਰ ਦੇਸ਼ ਵਿਦੇਸ਼ ਦੇ ਦਰਸ਼ਕਾਂ ਨਾਲ ਸਾਂਝੇ ਕਰਨ ਦੇ ਲਈ ਵੀ ਇੱਕ ਵਾਰੀ ਫੇਰ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।